नमस्कार, ओम शांति ते नाले सत श्री अकाल। सतगुरु करता पुरख च अज फिर तुहाडे वर्गों कुछ प्रश्न लैके आए हैं। आइए स्वागत करते हैं सतगुरु करता पुरख च साडे निर्वेर भाई साहब का। भाई साहब, सतगुरु करता पुरख च तुहाडा बहुत बहुत स्वागत है। धन्यवाद। ओम शांति, शांति। सत श्री अकाल। हाँ जी भाजी, अज एक मैसेज आया, वो बोलते कि मैं थोड़ा बहुत ज्ञान च चलदा, लेकिन मेरे जिहड़ा ग्रुप है, मैं कॉलेज च पढ़दा, उस च टोटली नॉन बीके है। तो उन सब दा ग्रुप दा हिस्सा होने वास्ते मैं उपराम ते न्यारे प्यारे किद्दां रहां? ਜਦੋਂ ਤੁਸੀਂ ਆਪਣੇ ਗਰੁੱਪ 'ਚ ਹੈਗੇ ਹੋ ਜਾਂ ਅਕੇਲੇ ਵੀ ਹੈਗੇ ਹੋ ਜਾਂ ਹੋਰ ਵੀ ਹੈ, ਅਗਰ ਤੁਹਾਡਾ ਮਨ ਖੁਸ਼ ਹੈ ਤੇ ਤੁਹਾਡੇ ਚਿਹਰੇ ਤੇ ਮੁਸਕਾਨ ਰਹੇਗੀ। ਔਰ ਜਦੋਂ ਤੁਸੀਂ ਕਿਸੇ ਨੂੰ ਵੀ ਮੁਸਕਰਾ ਕਰਕੇ ਗ੍ਰੀਟ ਕਰਨਗੇ ਹੋ, ਗੁੱਡ ਮਾਰਨਿੰਗ ਕਹਿਣਗੇ ਹੋ, ਓਮ ਸ਼ਾਂਤੀ ਕਹਿਣਗੇ ਹੋ ਜਾਂ ਜੋ ਵੀ ਸਤਿ ਸ੍ਰੀ ਅਕਾਲ ਕਹਿਣਗੇ ਹੋ, ਤੇ ਤੁਸੀਂ ਹਰ ਇੱਕ ਨੂੰ ਇਤਨਾ ਪਿਆਰ ਨਾਲ ਕਹਿਣਗੇ ਹੋ ਕਿ ਉਹਨਾਂ ਦੀ ਦਿਲ ਜਿੱਤ ਲੈਣਗੇ ਹੋ ਤੇ ਗਰੁੱਪ ਦੇ ਵਿੱਚ ਤੁਸੀਂ ਬਹੁਤ ਪਪੂਲਰ ਹੋ ਜਾਣਗੇ ਹੋ। ਸਭ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਖੁਸ਼ੀ ਗੱਲਾਂ ਕਰਨਗੇ, ਅੱਛੀਆਂ ਗੱਲਾਂ ਕਰਨਗੇ, ਤੁਹਾਡੇ ਕੋਲ ਕਈ ਅੱਛੇ ਸਵਾਲ ਵੀ ਪੁੱਛਣਗੇ ਤੇ ਉਸ ਵੇਲੇ ਬੜਾ ਪਿਆਰ ਨਾਲ ਮੁਸਕਰਾ ਕੇ ਸ਼ਾਰਟਸ ਹਰ ਇੱਕ ਨੂੰ ਜਵਾਬ ਦੇ ਸਕਦੇ ਹੋ। ਜ਼ਿਆਦਾ ਲੰਬੀ ਬਹਿਸ 'ਚ ਨਹੀਂ ਜਾਣਾ, ਕਿਉਂਕਿ ਸਟੂਡੈਂਟ ਲਾਈਫ 'ਚ ਥੋੜ੍ਹਾ ਜਿਹਾ ਇਹ ਪ੍ਰੋਬਲਮ ਹੁੰਦੀ ਹੈ ਕਿ ਵੈਸੇ ਪਿਆਰ ਨਾਲ ਹੀ ਗੱਲਾਂ ਕਰਦੇ, ਪਰ ਥੋੜ੍ਹਾ ਜਿਹਾ ਈਗੋ ਆ ਜਾਂਦਾ ਹੈ ਅਤੇ ਉਹ ਈਗੋ ਜਿਹੜਾ ਹੀ ਉਹ ਫਿਰ ਕਿਸੇ ਨਾ ਕਿਸੇ ਨੂੰ ਹਰਟ ਕਰਦਾ ਹੈ ਅਤੇ ਇਹ ਧਿਆਨ ਰੱਖੀਦਾ ਹੈ। ਤੁਸੀਂ ਅਗਰ ਨਮਰਤਾ ਨਾਲ, ਪਿਆਰ ਨਾਲ, ਦੂਜਿਆਂ ਨੂੰ ਰਿਸਪੈਕਟ ਦੇ ਕਰਕੇ ਔਰ ਬੜਾ ਮੁਸਕਰਾ ਕੇ ਉਹਨਾਂ ਨਾਲ ਕਮਿਊਨੀਕੇਟ ਕਰਨਗੇ ਹੋ ਤੇ ਯੂ ਬਿਕਮ ਵੈਰੀ ਪੋਪੂਲਰ ਅਮੰਗਸਟ ਆਲ ਯੋਰ ਫਰੈਂਡਸ। ਇਹ ਮੈਂ ਖੁਦ ਅਨੁਭਵ ਕੀਤਾ। ਹਾਂਜੀ जी भाजी, एक भैन है, वो है बैंकॉक ते। ਉਹ ਬੋਲਦੇ ਕਿ ਬਾਬਾ ਮੁਰਲੀ 'ਚ ਬੋਲਦਾ ਕਿ ਪਵਿੱਤਰਤਾ ਤੇ ਨਾਲੇ ਸੱਤਿਅਤਾ ਤੇ ਨਾਲੇ ਦਿਵਯਤਾ, ਇਹ ਤਿੰਨੋਂ ਚੀਜ਼ਾਂ ਆਪਣੇ ਜੀਵਨ 'ਚ ਧਾਰਨ ਕਰਨੀ, ਤੇ ਇਹ ਕਿੱਦਾਂ ਲੈ ਕੇ ਆਈਏ? ਥੋੜ੍ਹਾ ਜਿਹਾ ਆਪਣੇ ਆਪ ਨੂੰ ਇਸ ਸਿਮਰਤੀ 'ਚ ਲਿਆਓ, ਯਾਦ ਕਰੋ। ਤੁਸੀਂ ਜਾਂਦੇ ਹੋ ਗੁਰਦੁਆਰੇ, ਮੰਦਿਰ, ਪ੍ਰਾਰਥਨਾ ਕਰਦੇ ਹੋ, ਔਰ ਉਹ ਪ੍ਰਾਰਥਨਾ 'ਚ ਕੀ ਕਹਿੰਦੇ ਹੋ? ਹੇ ਵਾਹਿਗੁਰੂ, ਸਾਨੂੰ 5 ਵਿਕਾਰਾਂ ਤੋਂ ਬਚਾਉਣਾ। ਉਸ ਵੇਲੇ ਤੁਸੀਂ ਕਦੀ ਗਹਿਰਾਈ ਨਾਲ ਨਹੀਂ ਸੋਚਦੇ ਵੀ ਅਸੀਂ ਕੀ ਕਹਿ ਰਹੇ ਹਾਂ। 5 ਵਿਕਾਰ ਹੈਗੇ ਆ ਅਤੇ ਪਵਿੱਤਰਤਾ ਨਹੀਂ ਰਹੇਗੀ ਫਿਰ। ਇਸ ਕਰਕੇ ਬਾਬਾ ਦੇ ਬਣਦੇ ਹੋ, ਗਿਆਨ ਸੁਣਦੇ ਹੋ, ਮੁਰਲੀ ਪੜ੍ਹਦੇ ਹੋ, ਅਤੇ ਬਾਬਾ ਨੇ ਸਭ ਤੋਂ ਪਹਿਲਾ ਕੰਮ ਹੀ ਇਹ ਕੀਤਾ ਹੀ ਕਿ ਬੱਚੇ ਤੁਸੀਂ ਆਪਣਾ, ਕਿ ਤੁਸੀਂ ਆਤਮਾ ਬਾਬਾ ਦੇ ਬੱਚੇ ਹੈਗੇ ਹੋ, ਇਸ ਕਰਕੇ ਤੁਹਾਡਾ ਸਵਧਰਮ ਜਿਹੜਾ ਹੀ ਉਹ ਪਵਿੱਤਰਤਾ ਔਰ ਸ਼ਾਂਤੀ ਹੈ। ਔਰ ਜਿੰਨਾ ਤੁਸੀਂ ਉਸ ਦੇ ਵਿੱਚ ਮਨ ਲਗਾਉਣਗੇ ਹੋ ਅਤੇ ਦੂਸਰੀ ਗੱਲਾਂ ਸਾਰੀਆਂ ਜਿਹੜੀਆਂ ਖਤਮ ਹੋ ਜਾਂਦੀਆਂ ਅਤੇ ਪਵਿੱਤਰਤਾ ਬਾਹਰ ਦੀ ਵੀ ਹੈ, ਬੈਰੂਨੀ ਪਵਿੱਤਰਤਾ ਵੀ ਹੈ। ਹੱਥ ਸਾਫ ਰੱਖਣੇ, ਤੁਸੀਂ ਟਾਇਲਟ ਯੂਜ਼ ਕਰਦੇ ਹੋ ਅਤੇ ਥੋੜ੍ਹਾ ਉਹਦੇ ਹਿਸਾਬ ਨਾਲ ਸਫਾਈ ਚਾਹੀਦੀ ਹੈ। ਔਰ ਬਾਹਰੋਂ ਤੁਸੀਂ ਚੱਕਰ ਲਗਾ ਕੇ ਆਉਂਦੇ ਹੋ, ਹੱਥ ਸਾਫ ਨਹੀਂ ਹੁੰਦੇ, ਤਾਂ ਉਸ ਵੇਲੇ ਉਹਨਾਂ ਨੂੰ ਵੀ ਆ ਕਰਕੇ ਖਾਣਾ ਪੀਣਾ ਸ਼ੁਰੂ ਕਰਨ ਤੋਂ ਪਹਿਲੇ ਅੱਛੀ ਤਰ੍ਹਾਂ ਹੱਥ ਸਾਫ ਕਰਨੇ ਚਾਹੀਦੇ ਆ। ਉਹ ਰਿਵਾਜ ਜਿਹੜਾ ਹੈ ਕਿ ਤੁਸੀਂ
छुरी और फोर्क और स्पून ले करके और खाना खा लो, हथ साफ ही ना करो, तो वो साडे कल्चर च नहीं हैगा जी। दैवी कल्चर कह लो, ईश्वरी कल्चर कह लो, या अपना भारत का कल्चर कह लो, ਉਹਦੇ 'ਚ ਇਹ खास है कि मूँह हथ धो करके फिर भोजन वास्ते बैठना और बड़े प्यार नाल बाबा नूं याद करके फिर भोजन करना। फिर देखो कितना अच्छा लगता ही। तो इस करके एक अपना नियम बना लईदा जी। तो बाहर दी भी पवित्रता हो गई। फिर तुसी बाबा दी याद च जिहड़ा भोजन कीता, तो वो भोजन नूं भी तुसी पवित्र बनाता, वो तुहाडे मन नूं बड़ा खुश करेगा, बड़ा पावन रखेगा। जिहड़ा कहंदे भी जैसा अन्न वैसा मन, ते अन्न जिहड़ा ही ਉਹਨੂੰ ਤੁਸੀਂ ਦ੍ਰਿਸ਼ਟੀ ਦੇ ਕਰਕੇ ਯੋਗ ਦੀ ਸ਼ਕਤੀ ਉਹਦੇ 'ਚ ਭਰ ਕਰਕੇ ਜਦੋਂ ਭੋਜਨ ਲੈਂਦੇ ਹੋ ਤੇ ਉਹ ਤੁਹਾਨੂੰ ਮਦਦ ਕਰੇਗਾ। ਤੇ ਇਸ ਕਰਕੇ ਪਵਿੱਤਰਤਾ ਵੀ ਹੈ ਔਰ ਪਾਵਨਤਾ ਵੀ ਹੈ। ਉਹ ਤੁਹਾਡੀ ਵਾਈਬ੍ਰੇਸ਼ਨ ਹੀ ਇਹੋ ਜਿਹੇ ਹੋ ਜਾਣਗੇ। ਹੋਰ ਕੀ? सत्यता। सत्यता। सत्यता तो फिर सत्यता दे बारे च तुहानू पता ही, वो सिंधी च कहंदे आ सच तो बीठो नच। अगर तुसी अंदर बाहर, हाँ, तुहाडा विचार, तुहाडे व्यवहार ਉਹਦੇ 'ਚ सत्यता हैगी है, सच बोलते हो। गुरबाणी च भी आउंदा ही सच बोलना, सच खाना, सच्चाई नाल बने होया प्रसाद वंडना, ये सब गल्लां हैगियां। ते सच्चाई जिहड़ी है ਉਹਦਾ मतलब ही है ਜਦੋਂ ਤੁਸੀਂ पूरे आत्म स्वरूप च रह करके परमात्मा दे नाल मन लगा के जो ਉੱਚੇ ਤੋਂ ਉੱਚੇ ਗੁਣ ਹੈਗੇ ਜੋ ਪਰਮਾਤਮਾ ਨੇ ਸਿਖਾਏ, ਉਹਦੇ ਅਨੁਸਾਰ ਤੁਹਾਡਾ ਵਿਵਹਾਰ ਹੋਣਾ ਚਾਹੀਦਾ ਹੈ। ਕੋਈ ਗੋਲ ਮੋਲ ਨਹੀਂ, ਕੋਈ ਝੂਠ ਨਹੀਂ, ਕੋਈ ਫਰੇਬ ਨਹੀਂ, ਕੋਈ ਟੇੜੀ ਮੇੜੀਆਂ ਗੱਲਾਂ ਨਹੀਂ ਹੋ ਰਹੀਆਂ। ਤੇ ਇਹ ਦੇਖਿਆ ਗਿਆ ਹੀ ਸਾਨੂੰ। ਮੈਂ ਆਪਣੇ ਬਚਪਨ ਦਾ ਮੈਂ ਯਾਦ ਕਰਦਾ ਹੀ, ਮੈਨੂੰ ਮੇਰੇ ਪਿਤਾ ਜੀ ਨੇ, ਛੋਟਾ ਸੀ ਬਹੁਤ, ਮੈਂ 5 ਸਾਲ ਦਾ ਸੀ, ਤੇ ਉਸ ਵੇਲੇ ਮੈਨੂੰ ਬੜੇ ਪਿਆਰ ਨਾਲ ਪਿਤਾ ਜੀ ਨੇ ਦੋ ਗੱਲਾਂ ਸਿਖਾਈਆਂ ਸੀ। ਇੱਕ ਸਦਾ ਸੱਚ ਬੋਲਣਾ, ਔਰ ਦੂਸਰਾ ਜੀ ਹਾਂ ਜੀ, ਬੜੀ ਨਮਰਤਾ ਨਾਲ ਹਰ ਇੱਕ ਨੂੰ ਜਵਾਬ ਦੇਣਾ। ਤੇ ਇਹ ਦੋ ਗੱਲਾਂ ਨੇ ਮੈਨੂੰ ਸਾਰਾ ਜੀਵਨ ਬਹੁਤ ਬਹੁਤ ਮਦਦ ਕੀਤੀ ਹੈ। ਕਿਉਂਕਿ ਜੋ ਵਿਅਕਤੀ ਸੱਚ ਬੋਲਦਾ, ਸੱਚਾਈ ਦੇ ਉੱਪਰ ਚੱਲਦਾ ਹੀ, ਤੇ ਉਹਦਾ ਸਿਰ ਸਦਾ ਉੱਚਾ ਰਹਿੰਦਾ ਹੈ। ਅਗਰ ਕੋਈ ਇੱਕ ਝੂਠ ਬੋਲੇਗਾ ਤੇ ਉਹਨੂੰ ਛੁਪਾਉਣ ਵਾਸਤੇ ਦੂਸਰਾ ਬੋਲੇਗਾ, ਫਿਰ 2 ਝੂਠ ਹੋ ਗਏ ਤੇ ਉਹਨਾਂ ਨੂੰ ਛੁਪਾਉਣ ਵਾਸਤੇ 2 ਹੋਰ ਬੋਲੇਗਾ ਤੇ 4 ਹੋ ਗਏ। ਔਰ ਉਹ ਅੰਦਰ ਮਨ ਖਾਂਦਾ ਰਹਿੰਦਾ ਹੈ। ਜਦੋਂ ਅੰਦਰੋਂ ਮਨ ਖਾਏਗਾ ਤੇ ਸਾਹਮਣੇ ਦੇਖਣਾ ਮੁਸ਼ਕਿਲ ਹੁੰਦਾ ਹੈ। ਐਸਾ ਝੂਠਾ ਵਿਅਕਤੀ ਉਹ ਜਦੋਂ ਤੁਹਾਡੇ ਨਾਲ ਗੱਲ ਕਰੇਗਾ ਤੇ ਸਾਹਮਣੇ ਨਹੀਂ ਦੇਖੇਗਾ, ਨੀਚੇ ਦੇਖੇਗਾ, ਸਾਈਡ ਤੇ ਦੇਖੇਗਾ, ਇੱਧਰ ਦੇਖੇਗਾ। ਤੇ ਇਹ ਪ੍ਰੈਕਟੀਕਲ ਦੇਖਿਆ ਗਿਆ। ਇਸ ਕਰਕੇ ਬਾਬਾ ਨੇ ਸਾਨੂੰ ਪੂਰਾ ਸੱਚਾਰ ਬਣਾਉਣ ਵਾਸਤੇ ਦ੍ਰਿਸ਼ਟੀ ਨਾਲ, ਆਤਮਿਕ ਭਾਵ ਨਾਲ ਇੱਕ ਦੋ ਨੂੰ ਦੇਖਣ ਵਾਸਤੇ ਉਹ ਸਿਖਾਇਆ ਕਿ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ ਤੇ ਸੁਭਾਵਿਕ ਰੂਪ 'ਚ ਨੈਚੁਰਲ ਅੱਖਾਂ ਖੋਲ੍ਹੀਆਂ ਰਹਿਣ,
ਨੀ ਅੱਖਾਂ ਬੰਦ ਵੀ ਨਾ ਕਰੋ, ਨੀਚੇ ਵੀ ਨਾ ਦੇਖੋ, ਬਲਕਿ ਆਤਮ ਸਰੂਪ ਚ ਸਥਿਤ ਹੋ ਕੇ ਆਪਣਾ ਸਾਹਮਣੇ ਦੇਖੋ। ਤੇ ਨਾਲੇ ਦਿਵਯਤਾ, ਦਿਵਯਤਾ, ਡਿਵਿਨਿਟੀ, ਦੈਵੀ ਗੁਣ, ਬੜੀ ਸਿੱਧੀ ਜੀ ਗੱਲ ਹੈ। ਜੋ ਆਸਰੀ ਗੁਣ ਹੈਗੇ ਆ ਉਹ ਕਿਸੇ ਨੂੰ ਪਸੰਦ ਨਹੀਂ ਆਉਂਦੇ। ਆਸਰੀ ਗੁਣ ਨਹੀਂ ਹੁੰਦੇ, ਅਵਗੁਣ ਹੁੰਦੇ ਆ। ਬਈ ਜਿਹਦੇ ਵਾਸਤੇ ਕਿਹਾ ਜਾ ਕੋਈ ਗੁੱਸਾ ਕਰਦਾ ਹੀ ਉਹ ਅੱਛਾ ਗੁਣ ਹੈ? ਨਹੀਂ। ਇਸੇ ਤਰ੍ਹਾਂ ਹੀ ਝੂਠ ਬੋਲਦਾ ਹੀ ਉਹ ਅੱਛਾ ਗੁਣ ਅਵਗੁਣ ਹੈ, ਉਹ ਅੱਛਾ ਨਹੀਂ ਹੈ। ਇਸੇ ਤਰ੍ਹਾਂ ਹੀ ਹੋਰ 5 ਵਿਕਾਰ ਜਿਹੜੇ ਕਹੇ ਜਾਂਦੇ ਆ, ਉਹਦਾ ਮਤਲਬ ਹੀ ਹੈ ਕਿ ਉਹ ਨੈਗੇਟਿਵਿਟੀਜ਼ ਹੈ, ਔਰ ਉਹ ਨੈਗੇਟਿਵਿਟੀਜ਼ ਕਦੀ ਵੀ ਤੁਹਾਨੂੰ ਮਨ ਦੀ ਸ਼ਾਂਤੀ ਔਰ ਸੁੱਖ ਨਹੀਂ ਦੇਣਗੇ। ਤੇ ਇਸ ਕਰਕੇ ਇਹਨਾਂ ਦਾ ਤਿਆਗ ਕਰੋ ਤੇ ਆਤਮਾ ਦਿਵਯ ਬਣ ਜਾਏ, ਡਿਵਾਈਨ ਬਣ ਜਾਏ। ਦਿਵਯ ਦਾ ਮਤਲਬ ਇੰਗਲਿਸ਼ 'ਚ ਡਿਵਾਈਨ ਕਹਿੰਦੇ ਆ, ਦੈਵੀ ਸੰਸਕਾਰਾਂ ਵਾਲੀ ਬਣ ਜਾਏ ਔਰ ਦੇਵਤਿਆਂ ਦਾ ਸਰੂਪ ਬਣ ਜਾਏ। ਦੇਵਤੇ ਹਮੇਸ਼ਾ ਪਾਵਨ ਵੀ ਹੈਗੇ ਆ ਔਰ ਉਹਦੇ ਨਾਲ ਨਾਲ ਸਦਾ ਮੁਸਕਰਾਉਂਦੇ ਰਹਿੰਦੇ ਆ। ਜੀ ਭਾਜੀ ਇਹ ਸਭ ਤੁਸੀਂ 3 ਚੀਜ਼ਾਂ ਜੇ ਸਾਨੂੰ ਦੱਸੀਏ ਪੂਰੀ ਡਿਟੇਲ 'ਚ, ਤੇ ਨਾਲੇ ਇਸ ਤੇ ਹੀ ਰਿਲੇਟਡ ਇੱਕ ਕੁਐਸਚਨ ਇਹ ਹੈ ਕਿ ਜਿਹੜਾ ਕਿਹੜਾ ਗੁਣ ਹੈ ਜਿਹੜਾ ਪਰਮਾਰਥਮ ਤੇ ਨਾਲੇ ਵਿਵਹਾਰ ਦੋਨਾਂ 'ਚ ਹੀ ਸਰਵ ਦਾ ਪ੍ਰਿਯ ਬਣਾਇਆ ਜਾਂਦਾ? ਨਮਰਤਾ। ਨਮਰਤਾ ਜੀ। ਤੁਸੀਂ ਦੇਖਣਗੇ ਸੰਤ ਲੋਕ ਵੀ ਜਾਂ ਫਿਲਾਸਫਰਸ ਵੀ ਮਿਸਾਲ ਕਿਹਦੀ ਦਿੰਦੇ ਆ ਜੀ ਕਿ ਜਿਸ ਪੇੜ ਤੇ ਅੱਛੇ ਫਲ ਲੱਗਦੇ ਆ ਉਹਦੀਆਂ ਬ੍ਰਾਂਚਿਸ ਜਿਹੜੀਆਂ ਉਹ ਝੁਕ ਜਾਂਦੀਆਂ, ਨੀਚੇ ਆ ਜਾਂਦੀਆਂ। ਇਸ ਕਰਕੇ ਉਹ ਕਹਾਵਤ ਵੀ ਹੈ, बड़े हुए तो क्या हुए जैसे पेड़ खजूर, खजूर का पेड़ जी, ना तो पक्षी को बैठने की जगह मिले और ना किसी को छाया मिले। और खजूर की वो क्या कहते हैं जो फल होता है वो भी छोटा जा ਹੁੰਦਾ ਹੀ, ਗਿਟਕ ਜ਼ਿਆਦਾ ਵੱਡੀ ਹੁੰਦੀ ਹੈ, ਗੁਠਲੀ ਉਹਦੇ 'ਚ। ਖੈਰ, ਤੇ ਇਹ ਸੋਚ ਕਰਕੇ ਕਿ ਅਸੀਂ ਇਹੋ ਜਿਹਾ ਆਪਣਾ ਸਰੂਪ ਰੱਖੀਏ ਕਿ ਸਭ ਨੂੰ ਸੁੱਖ ਮਿਲੇ। ਕਿਆ ਹਰ ਵੇਲੇ ਹੀ ਅਸੀਂ ਨਮਰਤਾ 'ਚ ਰਹਿ ਸਕਦੇ? ਇਹ ਜਦੋਂ ਤੁਸੀਂ ਆਪਣੇ ਸੱਚੇ ਸਰੂਪ ਨੂੰ ਐਕਸਪਲੋਰ ਕਰਨਗੇ ਹੋ, ਥੋੜ੍ਹਾ ਉਹਦੇ ਬਾਰੇ 'ਚ ਗਹਿਰਾਈ 'ਚ ਜਾਣਗੇ ਹੋ ਕਿ ਮੇਰਾ ਅਸਲੀ ਸਰੂਪ ਕੀ ਹੈ। ਅਸਲੀ ਸਰੂਪ ਹੈ ਕਿਆ ਕਿਹਾ ਜਾਂਦਾ ਜੀ, ਬਈ ਜਿਹੋ ਜਿਹਾ ਬਾਪ ਉਹੋ ਜਿਹੇ ਬੱਚੇ, ਸਨ ਸ਼ੋਜ਼ ਫਾਦਰ ਜੀ, ਔਰ ਡਾਟਰ ਸ਼ੋਜ਼ ਮਦਰ ਜੀ। ਤੇ ਸਾਡਾ ਮਾਤ ਪਿਤਾ ਕੌਣ ਹੈ? ਪਰਮ ਪਿਤਾ ਪਰਮਾਤਮਾ। ਅਸੀਂ ਜਦੋਂ ਪ੍ਰਾਰਥਨਾ ਕਰਦੇ ਹਾਂ ਤੋ ਮਾਤ ਪਿਤਾ ਹਮ ਬਾਲਕ ਤੇਰੇ, ਤੁਮਰੀ ਕਿਰਪਾ ਤੇ ਸੁਖ ਗਨੇਰੇ, ਇਹ ਵੀ ਕਹਿੰਦੇ ਹਾਂ ਜੀ ਜੀ। ਤੇ ਮਾਤ ਪਿਤਾ ਨੂੰ ਅਗਰ ਅਸੀਂ ਆਪਣੇ ਮਨ 'ਚ ਰੱਖੀਏ, ਉਹਨਾਂ ਦੇ ਅਨੁਸਾਰ, ਉਹਨਾਂ ਦੇ ਗੁਣਾਂ ਦੇ ਅਨੁਸਾਰ ਸਾਡੇ ਗੁਣ ਹੋ ਜਾਣ, ਤੇ ਫਿਰ ਦੇਖੋ ਕੀ ਉਹਦੀ ਰਿਜ਼ਲਟ ਕੀ ਮਿਲਦੀ ਹੈ ਫਿਰ। जी, मतलब सबसे अच्छा गुण या फिर बोला जाए कि साडा अपना ਜਿਹੜਾ ਗੁਣ ਹੁੰਦਾ ਉਹ ਨਮਰਤਾ। ਨਮਰਤਾ ਦਾ ਮਤਲਬ ਹੀ ਹੈ ਨਿਰਮਾਣਤਾ ਜੀ। ਜਿੰਨਾ ਨਿਰਮਾਣ ਕੋਈ, ਔਰ ਨਿਰਮਾਣ ਕੌਣ ਰਹੇਗਾ? ਜਿਹੜਾ ਜਿਤਨਾ ਕੋਈ ਉਚਾਈ 'ਚ ਜਾਂਦਾ ਉਤਨਾ ਨਿਰਮਾਣ ਹੁੰਦਾ। ਜੀ ਬਸ।
ਜੀ ਭਾਜੀ ਅਗਲਾ ਕੁਐਸਚਨ ਹੈ ਕਰਮ ਕਰਦੀ ਵੇਲਾ ਤੇ ਸਾਡੇ ਜਿਹੜੇ ਕਰਮ ਬੰਧਨ ਹੈ ਉਸ 'ਚ ਮੁਕਤ ਰਹਿਣੇ ਦੀ ਯੁਕਤੀ ਕਿਆ ਹੋ ਸਕਦੀ? ਉਹਦਾ ਇੱਕ ਹੀ ਤਰੀਕਾ ਹੈ। ਉਹ ਕਿਹੜਾ? ਮੈਂ ਤੁਹਾਨੂੰ ਦੱਸਦਾ ਹੀ ਕਿ ਜਦੋਂ ਮੈਂ ਬਾਹਰ ਨਿਕਲਣਾ ਹੁੰਦਾ ਹੀ ਨਾ ਆਪਣੇ ਕਮਰੇ ਤੋਂ, ਜੀ ਤੇ ਬਾਬਾ ਦੀ ਤਰਫ ਦੇਖਦਾ ਹੀ, ਬਾਬਾ ਦੇ ਪਿਕਚਰ ਦੀ ਤਰਫ। ਸ਼ਿਵ ਬਾਬਾ ਬ੍ਰਹਮਾ ਬਾਬਾ ਦੋਨੋਂ ਹੀ ਹੁੰਦੇ ਆ। ਤੇ ਮਨ ਹੀ ਮਨ ਚ ਕਹਿੰਦਾ ਬਾਬਾ ਚਲੋ ਮੇਰੇ ਨਾਲ, ਹੁਣ ਅਸੀਂ ਰਿਕਾਰਡਿੰਗ ਕਰਨ ਚੱਲਣਾ ਹੀ। ਉਹ ਕਰਮ ਹੋ ਗਿਆ। ਤੇ ਅਸੀਂ ਬਾਬੇ ਨੂੰ ਨਾਲ ਰੱਖਦੇ ਆ, ਜੀ ਵਾਹਿਗੁਰੂ ਨੂੰ ਆਪਣਾ ਸਾਥੀ ਬਣਾ ਲੈਂਦੇ ਆ। ਤੇ ਜਦੋਂ ਪਰਮਾਤਮਾ ਪਿਤਾ ਸਾਡੇ ਨਾਲ ਹੈ ਤੇ ਫਿਰ ਦੱਸੋ ਤੁਹਾਡਾ ਮਨ ਦੀ ਕਿਹੜੀ ਸਥਿਤੀ ਰਹੇਗੀ? ਬਹੁਤ ਅੱਛੀ ਹੋ ਸਕਦੀ। ਤੇ ਬੜਾ ਮਨ ਤੁਹਾਡਾ ਰਿਲੈਕਸਡ ਹੋਏਗਾ, ਬੜਾ ਕੀ ਕਹਿੰਦੇ ਉਹਨੂੰ, ਬੜਾ ਪੀਸਫੁਲ ਹੋਏਗਾ, ਬੜਾ ਸ਼ਾਂਤ ਔਰ ਬੜਾ ਖੁਸ਼ਨੁਮਾ। ਤੇ ਇਹ ਚੀਜ਼ ਥੋੜੀ ਅਭਿਆਸ ਨਾਲ ਆਉਂਦੀ ਹੈ। ਥੋੜਾ ਥੋੜਾ ਅਭਿਆਸ, ਰੋਜ਼ ਥੋੜਾ ਧਿਆਨ ਰੱਖੀਏ ਤੇ ਬਹੁਤ ਹੀ ਅੱਛਾ ਅਭਿਆਸ ਹੋ ਜਾਂਦਾ, ਬੜਾ ਮਨ ਖੁਸ਼ ਰਹਿੰਦਾ। ਜੀ ਹਾਂਜੀ। ਹੋਰ ਭਾਜੀ ਬਾਬਾ ਬੋਲਦੇ ਕਿ ਤੁਸੀਂ ਬੱਚੇ ਸੰਗਮ 'ਚ ਬੈਗਰ ਟੂ ਪ੍ਰਿੰਸ ਬਣ ਗਏ ਹੋਏ। ਪਹਿਲੀ ਗੱਲ ਤਾਂ ਇਹ ਬੈਗਰ ਟੂ ਪ੍ਰਿੰਸ ਕਿਆ ਹੁੰਦਾ, ਤੇ ਨਾਲੇ ਸੰਗਮ 'ਚ ਹੀ ਕਿੱਦਾਂ ਬਣ ਸਕਦੇ ਜਾਂ ਫਿਰ ਬਣ ਗਏ, ਉਹ ਕਿੱਦਾਂ? ਬੜੀ ਸਹਿਜ ਜੀ ਗੱਲ ਹੈ ਕਿ ਪਹਿਲੀ ਗੱਲ ਹੈ ਸੰਗਮ ਕਿਹਨੂੰ ਕਹਿੰਦੇ ਆ? ਉਹ ਫਿਲਮ ਨਹੀਂ ਸੰਗਮ। ਜੀ ਲੇਕਿਨ ਇਹ ਹੈ ਕਲਯੁਗ ਦਾ ਅੰਤ ਜੀ ਔਰ ਆਉਣ ਵਾਲੇ ਸਤਯੁਗ ਦਾ ਆਦ। ਜੀ ਉਹਨਾਂ ਦੋਨਾਂ ਦਾ ਸੰਧੀ ਯੁਗ, ਉਹ ਹੋਇਆ ਸੰਗਮ। ਉਸ ਨੂੰ ਕਹਿੰਦੇ ਆ ਪੁਰਸ਼ੋਤਮ ਸੰਗਮ ਸੰਗਮ ਯੁਗ। ਯੁਗ। ਜਦੋਂ ਪਰਮ ਪਿਤਾ ਪਰਮਾਤਮਾ ਇਸ ਸ੍ਰਿਸ਼ਟੀ ਤੇ ਆਉਂਦੇ ਆ ਔਰ ਆ ਕਰਕੇ ਬ੍ਰਹਮਾ ਬਾਬਾ ਦੇ ਜ਼ਰੀਏ ਗਿਆਨ ਦੇਣਾ ਸ਼ੁਰੂ ਕਰਦੇ ਆ, ਤੇ ਉਸ ਵੇਲੇ ਪੁਰਸ਼ੋਤਮ ਸੰਗਮ ਯੁਗ ਦਾ ਆਗਾਜ਼ ਹੁੰਦਾ ਹੈ, ਸ਼ੁਰੂਆਤ ਹੁੰਦੀ ਹੈ। ਜੀ ਉਸ ਨੂੰ ਅੱਜ 84 ਸਾਲ ਹੋ ਗਏ। ਔਰ ਬਾਬਾ ਕਹਿੰਦਾ ਸੰਗਮ 100 ਸਾਲ ਦਾ ਹੀ। ਭਾਜੀ ਫਿਰ ਤਾਂ ਥੋੜੇ ਹੀ ਸਾਲ ਰਹਿ 16 ਗਏ। ਸਾਲ ਬਾਕੀ ਹੈ। ਨਹੀਂ ਥੋੜੇ, 16 ਸਾਲ ਘੱਟ ਹੁੰਦੇ ਬਹੁਤ ਹੁੰਦੇ ਆ। ਤੇ ਪੁਰਸ਼ੋਤਮ ਸੰਗਮ ਯੁਗ ਚ स्वयं परम पिता परमात्मा शिव और ब्रह्मा पिता वो मिल करके सानू इतना वरदान दे देंदे आ, इतना सब कुछ दे देंदे आ, और की चाहिए सानू? तो मन खुश रहिंदा, सुखी रहने आ। और जदों तुसी सुखी होणगे तो दूसरिਆਂ ਨੂੰ ਵੀ ਸੁੱਖ ਦੇਣਗੇ। ਇਹ ਬੈਗਰ ਟੂ ਪ੍ਰਿੰਸ। ਤੇ ਪਹਿਲੀ ਗੱਲ ਹੈ ਕਿ ਤੁਸੀਂ ਬੈਗਰ ਪਹਿਲੇ ਸੀ ਭਗਤੀ ਮਾਰਗ 'ਚ। ਅੱਛਾ। ਭਗਤੀ 'ਚ ਹਮੇਸ਼ਾ ਹੀ ਭਗਤ ਜਿਹੜੇ ਹੁੰਦੇ ਆ, ਇੱਕ ਤੇ ਉਹ ਆਪਣੇ ਆਪ ਨੂੰ ਸਦਾ ਹੀ ਕਹਿਣਗੇ ਅਸੀਂ ਤੁਹਾਡੇ ਚਰਨਾਂ ਦੀ ਧੂਲ ਹੈ। ਜੀ ਠੀਕ ਹੈ। ਔਰ ਦੂਸਰਾ ਹੈ ਕਦੀ ਇੱਕ ਚੀਜ਼ ਮੰਗਣਗੇ, ਕਦੀ ਦੂਸਰੀ ਮੰਗਣਗੇ, ਤੀਸਰੀ ਮੰਗਣਗੇ। ਉਹਨੂੰ ਕਿਹਾ ਜਾਂਦਾ ਹੈ ਬੈਗਰ, ਜਿਹੜਾ ਮੰਗਤਾ। ਅੱਛਾ। ਬੈਗਰ ਇੰਗਲਿਸ਼ ਸ਼ਬਦ ਹੈ ਜੀ ਔਰ ਪੰਜਾਬੀ 'ਚ ਮੰਗਤਾ ਕਹਿੰਦੇ ਆ। ਜੀ ਜੀ ਬਿਲਕੁਲ। ਤੇ ਜਦੋਂ ਪਰਮਾਤਮਾ ਪਿਤਾ ਇਸ ਧਰਾ ਤੇ, ਇਸ ਸ੍ਰਿਸ਼ਟੀ ਤੇ ਆਉਂਦੇ ਨੇ, ਤੇ ਪਹਿਲੇ ਹੀ ਪਹਿਲੇ ਆ ਕਰਕੇ ਉਹ ਸੋਚ ਹੀ ਬਦਲ ਦਿੰਦੇ ਸਾਡੀ ਕਿ ਤੁਸੀਂ ਮੇਰੇ ਚਰਨਾਂ ਦੀ ਧੂਲ ਨਹੀਂ ਹੈਗੇ ਹੋ,
ਪਹਿਲੀ ਗੱਲ ਤੇ ਇਹ ਹੈ ਕਿ ਪਰਮਾਤਮਾ ਦੇ ਕੋਈ ਚਰਨ ਨਹੀਂ ਹੈਗੇ, ਜੀ ਜੀ ਤੇ ਧੂਲ ਕਿਸ ਤਰ੍ਹਾਂ ਹੋਈ? ਜੀ, ਉਹ ਤਾਂ ਜੋਤੀ ਬਿੰਦੂ ਹੈ। ਹਾਂ, ਜੀ, ਜੋਤੀ ਸਰੂਪ ਹੈ। ਜੋਤੀ ਸਰੂਪ। ਤੇ ਪਰਮਾਤਮਾ ਪਿਤਾ ਕਹਿੰਦੇ ਆ ਤੁਸੀਂ ਮੇਰੇ ਬੱਚੇ ਹੈਗੇ ਹੋ, ਚਰਨਾਂ ਦੀ ਧੂਲ ਨਹੀਂ, ਮੇਰੇ ਬੱਚੇ ਹੈਗੇ ਹੋ। ਜਦੋਂ ਮੈਂ ਬ੍ਰਹਮਾ ਤਨ ਚ ਆਉਣਾ ਹੀ ਤੇ ਤੁਸੀਂ ਮੇਰੇ ਨੈਣਾਂ ਦੇ ਨੂਰ ਬਣ ਜਾਂਦੇ ਹੋ, ਮੇਰੇ ਗਲੇ ਦਾ ਹਾਰ ਬਣ ਜਾਂਦੇ ਹੋ, ਤੇ ਤੁਸੀਂ ਵਾਰਿਸ ਬਣ ਜਾਂਦੇ ਹੋ। ਅੱਛਾ। ਜਦੋਂ ਤੁਸੀਂ ਵਾਰਿਸ ਬਣ ਜਾਂਦੇ ਹੋ ਤੇ ਫਿਰ ਵਾਰਿਸ ਨੂੰ ਤੇ ਸਭ ਕੁਝ ਮਿਲ ਜਾਂਦਾ ਹੀ। ਜੋ ਪਰਮਾਤਮਾ ਦੇ ਕੋਲ ਜੋ ਕੁਝ ਵੀ ਹੈ, ਜੋ ਅਸੀਂ ਥੋੜਾ ਥੋੜਾ ਮੰਗਦੇ ਰਹੇ ਪਹਿਲੇ, ਉਹ ਸਾਰਾ ਕੁਝ ਹੀ ਉਹਦੇ ਮਾਲਿਕ ਬਣ ਗਏ। ਇੰਨੀ ਸਮਝ ਥੋੜੀ ਜਿਹੀ ਕਿ ਅਸੀਂ ਉਹਨਾਂ ਦੇ ਬੱਚੇ ਹੈਗੇ ਆ। ਭਗਤ ਮਾਨਾ ਨੌਕਰ, ਸਰਵੈਂਟ। ਅੱਛਾ। ਤੇ ਸਰਵੈਂਟ ਨੂੰ ਤੁਸੀਂ ਕੀ ਦਿੰਦੇ ਹੋ? ਤਨਖਾਹ ਦਿੰਦੇ ਹੋ। ਦਿੰਦੇ। ਦੀਵਾਲੀ ਤੇ ਕੋਈ ਗਿਫਟ ਦੇ ਦੇਣਗੇ ਉਹ, ਜੀ ਜੀ ਜੀ। ਹੋਲੀ ਤੇ ਕੋਈ ਹੋਰ ਕੁਝ ਦੇ ਦੇਣਗੇ, ਇਸ ਤਰ੍ਹਾਂ ਹੀ। ਲੇਕਿਨ ਜਦੋਂ ਤੁਸੀਂ ਚਲੋ ਵੱਡੇ ਘਰ 'ਚ ਜਨਮ ਲੈਂਦੀ ਆਤਮਾ, ਤਾਂ ਉਹ ਘਰ ਜਿਸ ਜਗ੍ਹਾ ਜਨਮ ਲਏਗੀ ਤੇ ਉਸ ਦੀ ਮਲਕੀਅਤ ਦੇ ਮਾਲਿਕ ਬਣ ਜਾਂਦੇ ਆ ਸਭ ਕੁਝ। ਅੱਛਾ। ਤੇ ਇਸੇ ਤਰ੍ਹਾਂ ਹੀ ਅਸੀਂ ਜਦੋਂ ਪਰਮਾਤਮਾ ਦੇ ਬੱਚੇ ਆਪਣੇ ਆਪ ਨੂੰ ਨਿਸ਼ਚੈ ਕਰ ਲੈਂਦੇ ਆ, ਔਰ ਫਿਰ ਆਪਣੇ ਆਪ ਨੂੰ ਰਿਫਾਈਨ ਵੀ ਕਰਦੇ ਆ, ਯੋਗਤਾ ਵੀ ਆਪਣੇ ਆਪ 'ਚ ਲਿਆਈ ਹੁੰਦੀ ਹੈ, ਗਿਆਨ ਔਰ ਯੋਗ ਦੇ ਜ਼ਰੀਏ ਪਵਿੱਤਰਤਾ ਵੀ ਲਿਆਈ ਦੀ, ਤਾਂ ਕਿ ਅਸੀਂ ਸ਼ਿਵ ਬਾਬਾ ਦੇ ਬਿਲਕੁਲ ਸਮੀਪ ਸਮਾਨਤਾ 'ਚ ਆ ਜਾਈਏ। ਅੱਛਾ। ਪਵਿੱਤਰਤਾ ਦੀ ਸਮਾਨਤਾ, ਗੁਣਾਂ ਦੀ ਸਮਾਨਤਾ, ਸ਼ਕਤੀ ਦੀ ਸਮਾਨਤਾ। ਤੇ ਜਦੋਂ ਉਹ ਹੋਏਗਾ ਤੇ ਫਿਰ ਤੁਸੀਂ ਸਾਰੇ ਵਿਸ਼ਵ ਦੇ ਮਹਾਰਾਣੀ ਮਹਾਰਾਜਾ ਬਣ ਸਕਦੇ ਹੋ। ਤੇ ਇਹ ਹੈ ਸੋਚ ਦੇ ਉੱਪਰ, ਜਿੰਨਾ ਤੁਸੀਂ ਉਸ ਸਿਮਰਤੀ 'ਚ ਰਹਿਣਗੇ ਉਹਨਾਂ ਤੁਹਾਡਾ ਸਿਮਰਤੀ ਸਰੂਪ ਬਣਦਾ ਜਾਏਗਾ, ਔਰ ਉਹ ਤੁਹਾਡੇ ਚਿਹਰੇ ਤੋਂ ਰੌਣਕ ਨਜ਼ਰ ਆਉਂਦੀ ਰਹੇਗੀ। ਤੇ ਬੈਗਰ ਟੂ ਪ੍ਰਿੰਸ, ਕਿਉਂਕਿ ਸਿੱਧਾ ਤੇ ਕੋਈ ਰਾਜਾ ਨਹੀਂ ਬਣਦਾ ਨਾ, ਪਹਿਲੇ ਪ੍ਰਿੰਸ, ਜੀ ਜੀ ਜੀ, ਫਿਰ ਬਾਅਦ 'ਚ ਰਾਜਾ ਮਹਾਰਾਜਾ। ਜੀ ਬਾਜੀ, ਇਹ ਇਸ ਵੇਲਾ ਸੀ ਸੰਗਮ ਯੁੱਗ 'ਚ ਪ੍ਰਿੰਸ ਹੈ। ਸੰਗਮ ਯੁੱਗ 'ਚ ਪ੍ਰਿੰਸ ਹੈਗੇ? ਹਾਂਜੀ। ਚਲੋ ਮੰਨ ਲੈਂਦੇ। ਜੀ ਭਾਜੀ, ਥੈਂਕ ਯੂ ਭਾਜੀ, ਤੁਸੀਂ ਬੈਗਰ ਟੂ ਪ੍ਰਿੰਸ ਦਾ ਸਾਨੂੰ ਅਰਥ ਦੱਸਿਆ। ਭਾਜੀ ਤੁਸੀਂ ਅੱਜ ਸਾਡੇ ਇਸ ਕਾਰਜਕ੍ਰਮ 'ਚ ਆਏ ਤੇ ਨਾਲੇ ਜਿਹੜੇ ਪ੍ਰਸ਼ਨ ਨੇ ਉਹਦਾ ਹੱਲ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਬੜੀ ਖੁਸ਼ੀ ਦੀ ਗੱਲ ਹੈ ਕਿ ਬੜੀ ਸਹਿਜਤਾ ਨਾਲ ਤੁਸੀਂ ਗਿਆਨ ਦੀਆਂ ਗੱਲਾਂ ਸਭ ਤਾਈਂ ਪਹੁੰਚਾ ਰਹੇ ਹੋ, ਔਰ ਹਰ ਇੱਕ ਸੁਣਨ ਵਾਲੇ ਜੋ ਵੀ ਹੈ ਬੜੇ ਲੱਕੀ ਹੈਗੇ, ਬੜੇ ਹੀ ਖੁਸ਼ਕਿਸਮਤ ਹੈਗੇ ਆ ਕਿ ਉਹਨਾਂ ਨੂੰ ਗਿਆਨ ਇਤਨਾ ਸਹਿਜਤਾ ਨਾਲ ਮਿਲ ਰਿਹਾ ਹੀ। ਨਹੀਂ ਤੇ ਤੁਸੀਂ ਜਾਣਦੇ ਹੋ ਕਿ ਈਸ਼ਵਰੀ ਗਿਆਨ ਔਰ ਯੋਗ ਦੀਆਂ ਗੱਲਾਂ ਉਹਦੇ ਬਾਰੇ 'ਚ ਅਸੀਂ ਸੁਣਦੇ ਹਾਂ, ਰਿਸ਼ੀਆਂ ਮੁਨੀਆਂ ਨੇ ਤਾਂ ਪਤਾ ਨਹੀਂ ਕਿਤਨੀ ਤਪੱਸਿਆ ਕੀਤੀ, ਫਿਲਾਸਫਰਜ਼ ਨੇ ਕਿਤਨੀਆਂ ਕਿਤਾਬਾਂ ਪੜ੍ਹੀਆਂ ਹੋਣਗੀਆਂ, ਲਿਖੀਆਂ ਹੋਣਗੀਆਂ, ਔਰ ਇੱਥੇ ਭਾਵੇਂ ਕੋਈ ਪੜ੍ਹੇ ਲਿਖੇ ਹੈ, ਭਾਵੇਂ ਕੋਈ ਅਨਪੜ੍ਹ ਹੈ, ਕੋਈ ਬੱਚੇ ਹੈ, ਕੋਈ ਬੁੱਢੇ ਹੈ, ਸਭ ਨੂੰ ਬੜਾ ਸਹਿਜ, ਨਾ ਹੀ ਇਹਦਾ ਪੈ ਗਿਆ ਸਹਿਜ ਗਿਆਨ, ਸਹਿਜ ਰਾਜਯੋਗ, ਬਸ। ਤੇ ਸਭ ਖੁਸ਼ ਹੋ ਜਾਂਦੇ ਸੁਣ ਕਰਕੇ। ਜੀ ਬਿਲਕੁਲ। ਓਕੇ, ਸਦਾ ਖੁਸ਼ ਰਹੋ ਬਸ। ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਗਿਆਨ ਦੀ ਔਰ ਯੋਗ ਦੀ, ਉਹ ਹੈ ਹੀ ਦਿਲ ਦੀ ਖੁਸ਼ੀ, ਬਸ। ਸਦਾ ਖੁਸ਼।
ओके, खुशी की निशानी की है? सदा चेहरे ते मुस्कुरान रहेगी। ओम शांति।